Hello friends, this is C.A. Rishigak and I am from Academy of Structural Learning which is situated at Jato. फ्रेंड्स ਅੱਜ मैं ਤੁਹਾਨੂੰ ਦੱਸਾਂਗਾ ਕਿ ਵਿਜ਼ਟਰ ਵੀਜ਼ਾ ਚਾਹੇ ਉਹ ਕੈਨੇਡਾ ਦਾ ਚਾਹੇ ਉਹ ਆਸਟ੍ਰੇਲੀਆ ਦਾ ਤੁਸੀਂ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਤੁਹਾਡੇ ਵੀਜ਼ਾ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਣ। ਕੋਈ ਵੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਪਲੈਨਿੰਗ ਬਹੁਤ ਜ਼ਰੂਰੀ ਹੈ। ਤੁਹਾਨੂੰ ਪਲੈਨਿੰਗ ਐਟਲੀਸਟ ਤੁਸੀਂ ਕੋਈ ਵੀ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਹੈ ਕਿਸੇ ਵੀ ਕੰਟਰੀ ਦਾ ਤੁਹਾਨੂੰ 2 ਸਾਲ 3 ਸਾਲ ਪਹਿਲਾਂ ਪਲੈਨਿੰਗ ਸ਼ੁਰੂ ਕਰ ਦੇਣੀ ਚਾਹੀਦੀ ਹੈ। ਮੰਨ ਲਓ ਤੁਹਾਡਾ ਬੱਚਾ ਬਾਹਰ ਚਲਾ ਗਿਆ, ਉਹ ਸਟੂਡੈਂਟ ਵੀਜ਼ਾ ਤੇ ਬਾਹਰ ਚਲਾ ਗਿਆ ਤਾਂ ਤੁਹਾਨੂੰ ਅੱਜ ਤੋਂ ਹੀ ਪਲੈਨਿੰਗ ਜ਼ਰੂਰੀ ਹੈ ਤਾਂ ਕਿ ਜਦੋਂ ਤੁਸੀਂ ਤੁਹਾਡਾ ਬੱਚਾ ਜਦੋਂ ਸਟੂਡੈਂਟ ਵੀਜ਼ੇ ਤੋਂ ਚਾਹੇ ਵਰਕ ਪਰਮਿਟ ਤੇ ਹੋ ਜੇ ਚਾਹੇ ਉਹ PR ਹੋ ਜੇ ਚਾਹੇ ਉਹ ਸਿਟੀਜ਼ਨਸ਼ਿਪ ਆ ਜਾਏ ਤਾਂ ਤੁਸੀਂ ਜਿਹੜੇ ਵੀ ਟਾਈਮ ਤੁਸੀਂ ਉਹਨਾਂ ਕੋਲ ਜਾਣਾ ਤਾਂ ਤੁਹਾਨੂੰ ਕੋਈ ਦਿੱਕਤ ਨਾ ਆਵੇ। ਤੁਹਾਨੂੰ ਪਹਿਲਾਂ ਹੀ ਯੂ ਸ਼ੁੱਡ ਸਟਾਰਟ ਅਰਲੀ ਯੂਅਰ ਪਲੈਨਿੰਗ ਕਿ ਤਾਂ ਕਿ ਤੁਸੀਂ ਉਦੋਂ ਤੁਸੀਂ ਵੀਜ਼ਾ ਲਗਾਓ ਤੁਹਾਨੂੰ ਕੋਈ ਉਦੋਂ ਦਿੱਕਤ ਨਾ ਆਵੇ। हाँ मैं ਤੁਹਾਨੂੰ ਹੁਣ ਅੱਜ ਦੱਸਾਂਗਾ ਵੀ ਕਿਹੜੀ ਚੀਜ਼ਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਫਸਟ ਆਫ ਆਲ ਤੁਸੀਂ ਤੁਹਾਡੇ ਖਾਤੇ 'ਚ ਤੁਸੀਂ ਵਿਜ਼ਟਰ ਵੀਜ਼ਾ ਜਦੋਂ ਅਪਲਾਈ ਕਰਨਾ ਤੁਹਾਡੇ ਖਾਤੇ 'ਚ ਬੈਂਕ ਬੈਲੈਂਸ ਹੋਣਾ ਚਾਹੀਦਾ ਹੈ। ਐਟਲੀਸਟ ਅਸੀਂ ਜਦੋਂ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਐਟਲੀਸਟ ਅਸੀਂ ਚਾਹੁੰਦੇ ਹਾਂ ਵੀ ਪਰ ਬੰਦਾ 4 ਲੱਖ ਰੁਪਈਆ ਤੁਹਾਡੇ ਖਾਤੇ 'ਚ ਜ਼ਰੂਰ ਹੋਣਾ ਚਾਹੀਦਾ ਹੈ। 4 ਲੱਖ ਰੁਪਏ ਤੁਹਾਡੇ ਖਾਤੇ 'ਚ ਐਟਲੀਸਟ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡੀ ਉੱਧਰ ਐਮਬੈਸੀ ਕੋਈ ਚਾਹੇ ਆਸਟ੍ਰੇਲੀਅਨ ਐਮਬੈਸੀ ਹੈ ਚਾਹੇ ਕੈਨੇਡੀਅਨ ਐਮਬੈਸੀ ਹੈ ਉਹਨਾਂ ਨੂੰ ਲੱਗੇ ਕਿ ਉਹ ਬੰਦਾ ਆਪਦਾ ਖਰਚ ਪਰ ਡੇ ਐਕਸਪੈਂਸਿਸ ਉੱਥੇ ਕੱਢ ਸਕਦਾ ਹੈ। ਇਸ ਕਰਕੇ ਉਹ ਐਟਲੀਸਟ 4 ਲੱਖ ਫੰਡਸ ਹੋਣੇ ਚਾਹੀਦੇ ਹੈ। ਹੁਣ ਇੱਕ ਬਹੁਤ ਮੇਰੇ ਕੋਲ ਜਦੋਂ ਅਸੀਂ ਅਪਲਾਈ ਕਰਦੇ ਹਾਂ ਤੁਹਾਡੇ ਕੋਲ ਬਹੁਤ ਕੁਐਸਚਨ ਆਉਂਦੇ ਆ ਕਿ ਇਹ ਅਕਾਊਂਟ ਜਿਹੜੇ ਖਾਤੇ 'ਚ ਪੈਸੇ ਹੈ ਇਹ ਫਰੈਸ਼ ਹੋਣੇ ਚਾਹੀਦੇ ਹੈ ਕਿ ਇਹ ਓਲਡ ਬੈਲੈਂਸ ਹੋਣਾ ਚਾਹੀਦਾ ਹੈ। ਮਤਲਬ ਇਸ ਗੱਲ ਨੂੰ ਮੈਂ ਐਂ ਕਲੀਅਰ ਕਰ ਦਿੰਦਾ ਤੁਹਾਨੂੰ ਵੀ ਪਹਿਲਾਂ ਤਾਂ ਅਸੀਂ ਚਾਹੁੰਦੇ ਸੀ ਕਿ ਬੈਲੈਂਸ ਪੁਰਾਣਾ ਹੋਵੇ ਤਾਂ ਉਨਾ ਵਧੀਆ ਹੁੰਦਾ ਲੇਕਿਨ ਅੱਜ ਕੱਲ੍ਹ ਕੀ ਹੈ ਬੰਦੇ ਫਰੈਸ਼ ਅਕਾਊਂਟ 'ਚ ਪੈਸੇ ਪਾਉਂਦੇ ਆ ਵੀਜ਼ੇ ਆ ਰਹੇ ਆ ਸਾਡੇ ਤਾਂ ਇਸ ਲਈ ਕਹਿ ਦਿੰਦੇ ਵੀ ਇੰਨੇ ਜ਼ਰੂਰੀ ਨਹੀਂ ਪਰ ਬੈਟਰ ਹੈ ਕਿ ਫੰਡਸ ਪੁਰਾਣੇ ਹੋਣੇ ਚਾਹੀਦੇ ਹੈ। ਹਾਂ ਜੇ ਫੰਡਸ ਨਵੇਂ ਵੀ ਹੈ ਤਾਂ ਇੱਕ ਚੀਜ਼ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਤੁਹਾਡੇ ਖਾਤੇ 'ਚ ਰੈਗੂਲਰ ਟ੍ਰਾਂਜੈਕਸ਼ਨ ਹੋਣੀ ਚਾਹੀਦੀ ਹੈ। ਅਸੀਂ ਜਦੋਂ ਵੀਜ਼ਾ ਅਪਲਾਈ ਕਰਦੇ ਹਾਂ ਅਸੀਂ ਐਟਲੀਸਟ 6 ਮੰਥ ਦੀ ਬੈਂਕ ਸਟੇਟਮੈਂਟ ਨਾਲ ਲਗਾਉਂਦੇ ਹਾਂ। ਅਸੀਂ ਉਸ ਖਾਤੇ ਦੀ ਸਟੇਟਮੈਂਟ ਨਾਲ ਲਗਾਉਂਦੇ ਹਾਂ ਵੀ ਜਿਸ 'ਚ ਰੈਗੂਲਰ ਬਿਜ਼ਨਸ ਟ੍ਰਾਂਜੈਕਸ਼ਨ ਘੁੰਮ ਰਹੀਆਂ। ਇਟ ਸ਼ੁੱਡ ਬੀ ਸੇਵਿੰਗ ਅਕਾਊਂਟ ਫਸਟ ਆਫ ਆਲ ਇਹ ਸੇਵਿੰਗ ਅਕਾਊਂਟ ਹੀ ਹੋਣਾ ਚਾਹੀਦਾ ਹੈ ਨਾ ਅਤੇ ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਖੁੱਲ੍ਹਾ ਖਾਤਾ ਹੋਣਾ ਚਾਹੀਦਾ ਅਤੇ ਇਸ ਵਿੱਚ ਤੁਸੀਂ ਆਪਦੇ ਰੈਗੂਲਰ ਟ੍ਰਾਂਜੈਕਸ਼ਨਾਂ ਕਰੋ। ਤੁਸੀਂ ਜੇ ਫੋਮ ਦੀ ਪੇਮੈਂਟ ਹੈ ਤੁਸੀਂ ਆੜ੍ਹਤੀਏ ਨੂੰ ਆਪਦੇ ਨੂੰ ਕਹੋ ਵੀ ਸਾਡੇ ਇਸ ਖਾਤੇ 'ਚ ਪੇਮੈਂਟ ਆਉਣੀ ਚਾਹੀਦੀ ਹੈ ਉਸ ਖਾਤੇ ਨੂੰ ਹੀ ਆਪਾਂ ਨਾਲ ਅਟੈਚ ਕਰਾਂਗੇ। ਤੁਹਾਡੀ ਬਿਜ਼ਨਸ ਟ੍ਰਾਂਜੈਕਸ਼ਨ ਹੈ ਤਾਂ ਵੀ ਤੁਸੀਂ ਇਸ ਖਾਤੇ ਥਰੂ ਥੋੜ੍ਹੀ ਮੋਟੀ ਰੂਟ ਕਰੋ। ਤੁਹਾਡਾ ਕਰੰਟ ਅਕਾਊਂਟ ਵੀ ਨਾਲ ਅਟੈਚ ਕਰ ਦਿੰਦੇ ਆ ਪਰ ਲੇਕਿਨ ਤੁਸੀਂ ਤੁਹਾਡਾ ਫੰਡ ਸ਼ੁੱਡ ਬੀ ਇਨ ਯੂਰ ਸੇਵਿੰਗ ਅਕਾਊਂਟ ਠੀਕ ਹੈ। ਰੈਗੂਲਰ ਚਰਨਿੰਗ ਅਕਾਊਂਟ ਹੋਣੀ ਚਾਹੀਦੀ ਖਾਤੇ 'ਚ ਇਹ ਐਟਲੀਸਟ 4 ਲੱਖ ਪਰ ਪਰਸਨ ਹੋਣਾ ਚਾਹੀਦਾ ਹੈ। ਦੂਜੀ ਗੱਲ ਹੈਗੀ ਹੁਣ ਤੁਹਾਡੀ ਇਨਕਮ ਪ੍ਰੂਫ ਜਿਵੇਂ ਤੁਹਾਨੂੰ ਮੈਂ ਕਿਹਾ ਹੈ ਕਿ ਤੁਹਾਨੂੰ ਯੂ ਸ਼ੁੱਡ ਸਟਾਰਟ ਅਰਲੀ ਤਾਂ ਇਨਕਮ ਪ੍ਰੂਫ ਦਾ ਕੀ ਚੀਜ਼ ਹੈ। ਇਨਕਮ ਪ੍ਰੂਫ ਤੁਹਾਡੀ ਐਟਲੀਸਟ ਅਸੀਂ ਜਦੋਂ ਵੀਜ਼ਾ ਲਗਾਉਂਦੇ ਹਾਂ ਅਸੀਂ ਚਾਹੁੰਦੇ ਹਾਂ ਵੀ ਬੰਦੇ ਦੀ 3 ਸਾਲ ਦੀ ITR ਅਸੀਂ ਨਾਲ ਲਗਾਈਏ। ਹੁਣ ਇਸ ਲਈ ਤੁਸੀਂ ਉਹ ਰੈਗੂਲਰ ਟ੍ਰਾਂਜੈਕਸ਼ਨ ਤੁਸੀਂ ਰੈਗੂਲਰ ਕਿਸੇ ਕੰਸਲਟੈਂਟ ਕੋਲ ਆਪਦੀ ਰਿਟਰਨਸ ਭਰਵਾਉਂਦੇ ਰਹੋ। ਮਿਨੀਮਮ ਅਸੀਂ ਚਾਹੁੰਦੇ ਹਾਂ ਵੀ ਜਦੋਂ ਅਸੀਂ ਕੋਈ ਫਾਈਲ ਲਗਾਉਂਦੇ ਉਸ 'ਚ ਫੈਮਿਲੀ ਇਨਕਮ ਅਤੇ ਫੈਮਿਲੀ ਪ੍ਰੋਪਰਟੀ ਦੇਖੀ ਜਾਂਦੀ ਹੈ। ਅਸੀਂ ਚਾਹੁੰਦੇ ਹਾਂ ਵੀ ਫੈਮਿਲੀ ਇਨਕਮ ਐਟਲੀਸਟ ਤੁਹਾਡੀ ਜਿਹੜੀ ਹੈਗੀ ਤੁਹਾਡੀ 8 ਲੱਖ ਰੁਪਏ ਤੁਹਾਡੀ ਫੈਮਿਲੀ ਇਨਕਮ ਹੋਣੀ ਚਾਹੀਦੀ ਹੈ। ਇਸ ਕਰਕੇ ਤੁਸੀਂ ਆਪਦੀ ਹੋ ਸਕੇ ਤਾਂ ਤੁਸੀਂ ਆਪਦੀ ਜੇ ਬੱਚੇ ਦਾ ਤੁਸੀਂ ਆਪਦੇ ਮੀਆਂ ਬੀਬੀ ਨੇ ਦੋਵਾਂ ਨੇ ਵੀਜ਼ਾ ਲਗਾਉਣਾ ਹੈ ਤਾਂ ਤੁਸੀਂ ਆਪਦੀ ਦੋਵਾਂ ਦੀ ਰਿਟਰਨਸ ਰੈਗੂਲਰ ਭਰਵਾਉਂਦੇ ਰਹੋ ਤਾਂ ਕਿ ਤੁਹਾਨੂੰ ਜਦੋਂ ਕੱਲ੍ਹ ਨੂੰ ਫਾਈਲ ਲਾਉਣ ਲੱਗੇ ਕੋਈ ਦਿੱਕਤ ਨਾ ਆਵੇ। ਐਟਲੀਸਟ 8 ਲੱਖ ਤੁਹਾਡੀ ਇਨਕਮ ਹੋਣੀ ਚਾਹੀਦੀ ਹੈ। ਤੁਸੀਂ ਕੋਸ਼ਿਸ਼ ਕਰੋ ਵੀ ਤੁਸੀਂ ਬਿਜ਼ਨਸ ਤੁਸੀਂ ਕਰ ਰਹੇ ਹੋ ਤਾਂ ਬਿਜ਼ਨਸ ਉਸ ਰਿਟਰਨਸ 'ਚ ਬਿਜ਼ਨਸ ਜ਼ਰੂਰ ਸ਼ੋ ਕਰੋ ਆਪਦਾ। ਮਤਲਬ ਜੇ ਕੋਈ ਕਿਸੇ ਦੀ ਫਰਮ ਚੱਲਦੀ ਹੈ ਤਾਂ ਫਿਰ ਫਰਮ ਦੇ ਨਾਂ 'ਤੇ ਰਿਟਰਨਸ ਭਰੋ ਆਪਦੀਆਂ ਤਾਂ ਕਿ ਉਹ ਵੀਜ਼ਾ ਆਫਿਸਰ ਨੂੰ ਲੱਗੇ ਕਿ ਯੂਅਰ ਰੂਟਸ ਆਰ ਇਨ ਇੰਡੀਆ। ਮਤਲਬ ਕੋਈ ਵੀ ਵੀਜ਼ਾ ਅਪਲਾਈ ਕਰਨਾ ਵੀਜ਼ਾ ਆਫਿਸਰ ਇੱਕ ਚੀਜ਼ ਜ਼ਰੂਰ ਦੇਖੇਗਾ ਤੁਹਾਡੀ ਵੀ ਵੈਦਰ ਯੂਅਰ ਰੂਟਸ ਆਰ ਐਸਟੈਬਲਿਸ਼ਡ ਇਨ ਇੰਡੀਆ ਔਰ ਨੋਟ ਕਿ ਤੁਹਾਡੇ ਕੀ ਤੁਸੀਂ ਇੰਡੀਆ 'ਚ ਵਾਪਸ ਆਓਗੇ। ਇਹ ਚੀਜ਼ ਜ਼ਰੂਰੀ ਹੈ। ਇਹ ਚੀਜ਼ਾਂ ਇੰਨੀਆਂ ਛੋਟੀਆਂ ਚੀਜ਼ਾਂ ਤੋਂ ਹੀ ਡਿਫਾਈਨ ਹੁੰਦੀਆਂ ਵੀ ਤੁਸੀਂ ਇੱਕ ਬਿਜ਼ਨਸ ਦੀ ਰਿਟਰਨ ਭਰ ਰਹੇ ਹੋ ਤੁਹਾਡੀ ਬਿਜ਼ਨਸ ਦੀ ਟਰਨਓਵਰ ਵਧੀਆ ਹੈ ਨਾ ਤੁਹਾਡੀ ਇਨਕਮ ਵਧੀਆ ਹੈ ਨਾ ਤੁਹਾਡੇ ਖਾਤੇ 'ਚ ਪ੍ਰੋਪਰ ਬੈਲੈਂਸ ਹੈ ਤੁਹਾਡੇ ਖਾਤੇ 'ਚ ਰੈਗੂਲਰ ਚਰਨਿੰਗ ਆਫ ਅਕਾਊਂਟਸ ਹੈ ਠੀਕ ਹੈ। ਤੁਹਾਡਾ ਬਿਜ਼ਨਸ ਤੁਹਾਨੂੰ ਗਾਂਹ ਜਾ ਕੇ ਦੱਸਾਂਗਾ ਬਿਜ਼ਨਸ ਤੁਹਾਡਾ ਰਜਿਸਟਰਡ ਹੈ ਉਹ ਵੀ ਰਜਿਸਟ੍ਰੇਸ਼ਨ ਕਰਨ ਦੇ ਵੀ ਬਹੁਤ ਤਰੀਕੇ ਹੈ। ਇੱਕ ਰੈਗੂਲਰ ਕੰਸਲਟੈਂਟ ਇੱਕ
नॉर्मल कंसल्टेंट ਦੇ ਵਾਸ ਦੀ ਗੱਲ ਨਹੀਂ ਹੈਗੀ। ਇਸ ਕਰਕੇ ਤੁਸੀਂ ਆਪਦੇ ਬਿਜ਼ਨਸ ਨੂੰ ਰਜਿਸਟਰ ਕਰਨਾ ਪਊਗਾ। ਤੁਹਾਨੂੰ ਮੈਂ ਗਾਂ ਜਾ ਕੇ ਦੱਸਾਂਗਾ ਕਿ ਕਿਵੇਂ ਰਜਿਸਟਰ ਕਰ ਸਕਦੇ ਹਾਂ। ਇਸ ਲਈ ਫੈਮਿਲੀ ਇਨਕਮ ਤੇ ਫੈਮਿਲੀ ਪ੍ਰੋਪਰਟੀ ਲੱਗਦੀ ਹੈ, ਇਸ ਕਰਕੇ ਇਨਕਮ ਨੂੰ ਰੈਗੂਲਰ ਰਿਟਰਨਸ ਭਰਦੇ ਰਹੋ। ਪ੍ਰੋਪਰਟੀ ਪ੍ਰੂਫ ਪਹਿਲਾਂ ਜਿਵੇਂ ਕੋਈ ਤੁਹਾਡੀ ਜ਼ਮੀਨ ਹੋ ਸਕਦੀ ਹੈ ਜਾਂ ਤੁਹਾਡੀ ਘਰ ਦੀ ਰਜਿਸਟਰੀ ਹੋ ਸਕਦੀ ਹੈ, ਉਹ ਚੀਜ਼ਾਂ ਦੀ ਰਜਿਸਟਰੀ ਦੀ ਕਾਪੀ ਨਾ। ਸੋ ਅਸੀਂ ਉਹ ਵੈਲਿਊਏਸ਼ਨ ਤੁਹਾਨੂੰ ਕਿਸੇ ਰਜਿਸਟਰਡ ਵੈਲਿਊਰ ਕੋਲ ਜਾਣਾ ਪੈਂਦਾ ਹੈ, ਤੁਸੀਂ ਉਹ ਪ੍ਰੋਪਰਟੀ ਦੀ ਵੈਲਿਊਏਸ਼ਨ ਕਰਾ ਕੇ ਸਾਨੂੰ ਦਿਓਗੇ। ਇਹਨਾਂ ਤਿੰਨਾਂ ਦੀ ਇੱਕ ਸੀ ਰਿਪੋਰਟ ਬਣਦੀ ਹੈ, ਤੁਹਾਨੂੰ ਸੀ ਰਿਪੋਰਟ ਵੀ ਬਣਵਾਉਣੀ ਪਊਗੀ ਜਿਹੜੀ ਕਿ ਨਾਲ ਲੱਗਦੀ ਹੈ, ਅਟੈਚ ਹੁੰਦੀ ਹੈ। ਬੇਸਿਕਲੀ ਇਹ ਕੀ ਸੀ ਰਿਪੋਰਟ ਕੀ ਕਰਦੀ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਰਾਈਜ਼ ਕਰਦੀ ਹੈ, मतलब एक बर्ड आई व्यू दे देती है वैसे भी। हाँ भी बंदे दे बैंक बैलेंस इन्ना है, इनकम इन्नी है, तो प्रॉपर्टी प्रूफ इन्नी है, प्रॉपर्टी वैल्यूएशन इन्नी है। असी कोशिश करते हैं कि बंदे की जिन्नी की ज़्यादा वैल्यूएशन पेगी, जिन्नी की ज़्यादा इनकम होगी, उन्ना ही केस स्ट्रोंग होएगा। इसलिए इन्होंने चीज़ों वास्ते तुहानूं प्रोफैशनल की हेल्प जरूर लेनी चाहिए है, ठीक है। प्रोफैशनल पैक्यूलरिटीज़ का पता होंदा है कि किवें चीज़ां किस इंवैस्टी नूं सूट करनगियां, किवें चीज़ां इंवैस्टी नूं लगेगा भी हाँ भी दिस इज़ दी जेन्युइन केस कि वह बंदा वापस इंडिया चला जाएगा, ठीक है। बिजनेस एस्टैबलिशमेंट प्रूफ तुहानूं मैं दस्सिया ही है कि बथेरे बिजनेस प्रूफ है, जिवें GST नंबर है, जिवें उद्योगदार है, शॉप एस्टैबलिशमेंट है, या कोई मतलब बहुत तरह के XYZ बहुत तरह के एस्टैबलिशमेंट प्रूफ है कि तुहानूं अप्लाई करने चाहिए है, है ना। वो पहला ही तुहानूं यू शुड स्टार्ट अर्ली एज आई हैव टोल्ड यू अर्लीयर कि तुहानूं हुण एंड ते हैगा मेन फर्स्ट मोस्ट इंपॉर्टेंट थिंग कि स्पॉन्सरशिप डॉक्यूमेंट। हुण लास्ट पॉइंट है स्पॉन्सरशिप डॉक्यूमेंट, ये बहुत जरूरी डॉक्यूमेंट है। स्पॉन्सरशिप डॉक्यूमेंट का मतलब ये है कि जिहड़ा बंदा सोनू इनवाइट कर रहा है, इनवाइट का मीनस कि वो सोनू कह रहा है भी हाँ भी एम्बैसी नूं दस रहा भी मैं इन्हां बंदियां नूं ABC बंदियां नूं इंडिया चों बुला रहे हैं, ये मेरे नाल मेरा यह रिलेशन है, तो यह इन्हां बंदियां नूं इन्होंने बंदे उस रीजन लिखा जाता है भी मैं इन्होंने क्यों बुला रहे हैं। इसलिए कोशिश करो कि जो बंदा कोई बुला रहा है तो कोई रीजन जरूर हो, कोशिश करो कोई ओकेजन जरूर हो, जैसे कि मैं क्रिसमस ईव है, कोई बर्थडे है किसी का, कोई मतलब कोई छोटी मोटी सैरेमनी है, सैरेमनी ये चीज़ां असीं नाल अटैच करते हैं। उसलिए वो बंदे दे स्पॉन्सरशिप डॉक्यूमेंट यह चीज़ां डिफाइन होने चाहिए। पहला वो नोटरी टेस्टेड स्पॉन्सरशिप डॉक्यूमेंट होना चाहिए, वो बंदे की आपकी क्रेडिट वर्दीनेस होनी चाहिए है, वो बंदे के कोई ऊपर कोई भी लीगल चार्जिज फ्रेम नहीं होने चाहिए। एम्बैसी ये चीज़ां जरूर चैक करती है। दूजी गल असीं नाल वो बंदे जिहड़ा इनवाइट कर रहा है वो इनकम प्रूफ होने चाहिए है। इनकम प्रूफ मतलब जिवें कैनेडियन एम्बैसी विच नोटिस ऑफ असेसमेंट बोलते हैं, NOA बोलते हैं, जिवें इधर ITR होंदी है उधर NOA बोलते हैं, वो NOA नाल असीं अटैच करते हैं, नाल होर असीं जे बंदा वर्क परमिट ते है तो वर्क परमिट अटैच करते हैं, जे बंदा उधरला सिटीजन है तो उधरला पासपोर्ट अटैच करते हैं, ਜਾਂ PR कार्ड अटैच कर देने नाल। ये चीज़ां उन्हां दे नाल अटैच होनी चाहिए। तो स्पॉन्सर डॉक्यूमेंट सारी चीज़ां क्लीयर कट लिखिया होना चाहिए भी मैं क्यों इन्हों इत्थे बुला रहे हैं, ठीक है। जे जां फिर बंदा कहना भी मैं इत्थे असीं जरूर लिखवाने हैं, जो बंदा कहना भी मैं 3 साल हो गया मैं उन्होंने मिलिया नहीं, है ना, मैं आपके पेरेंट्स को मिलिया नहीं, तो ये चीज़ां क्लीयर कट स्पॉन्सरशिप डॉक्यूमेंट च होनी चाहिए। इन्हां चीज़ां जे तुसीं ध्यान रखोगे तो तुहाडा 99% चांसिस है भी तुहाडा वीज़ा जरूर आएगा। तुसीं प्रोफैशनल की हेल्प जरूर लेनी चाहिए है। तुसीं जे आप अप्लाई करोगे हो सकता है तुसीं उन्ने वधिया तरीके नाल अप्लाई नहीं कर पाओ, तो इसलिए यू कैन आल्सो टेक आर हेल्प। जे तुहानूं किसी भी तरह की कोई भी क्वेरी है इस रिगार्डिंग तो तुसीं जदों मर्जी साडे इस नंबर पर फोन कंटैक्ट कर सकते हो, तो थोड़ी वो क्वेरी सॉल्व की जाएगी। तो एंड ते यही कहांगा कि तुसीं स्टार्ट प्लैनिंग अर्ली। थैंक यू गाइज, थैंक यू। प्लीज़ लव एंड सपोर्ट करो साडी इस वीडियो नूं ते सबसक्राइब साडे चैनल नूं जरूर करो। थैंक यू।